ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਸਿਲੇਬਸ ਡਿਸਕਸ ਕਰ ਰਹੀ ਹਾਂ ਜੀ ਪੈਂਡਾਗੋਜੀ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦਾ। ਸੋ ਤੁਹਾਨੂੰ ਪਤਾ ਹੀ ਹੈ ਜੀ ਮੈਂ ਸਿਲੇਬਸ ਪ੍ਰੋਵਾਈਡ ਕਰਵਾ ਰਹੀ ਹਾਂ ਜੀ ਬੀਐਡ ਫਸਟ ਸਮੈਸਟਰ ਦੇ ਨਾਲ ਸੰਬੰਧਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਤੇ ਅੱਜ ਦਾ ਆਪਣਾ ਸਿਲੇਬਸ ਰਹੇਗਾ ਜੀ ਪੈਂਡਾਗੋਜੀ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦਾ। ਤੁਹਾਨੂੰ ਪਤਾ ਹੀ ਹੈ ਜੀ ਤੁਹਾਡੀ ਜੋ ਥਿਊਰੀ ਹੈ ਜੀ ਉਹ 40 ਮਾਰਕਸ ਦੀ ਹੁੰਦੀ ਹੈ, 10 ਮਾਰਕਸ ਤੁਹਾਡੇ ਇੰਟਰਨਲ ਪ੍ਰੈਕਟੀਕਲ ਦੇ ਹੁੰਦੇ ਆ ਤੇ ਟੋਟਲ 50 ਦੇ ਵਿੱਚੋਂ ਜਿਹੜੇ ਨੰਬਰ ਆ ਤੁਹਾਡੇ ਡੀਐਮਸੀ ਤੇ ਲੱਗ ਕੇ ਆਉਂਦੇ ਆ ਤੇ ਥਿਊਰੀ ਦੀ ਗੱਲ ਕਰਾਂ ਤਾਂ 40 ਮਾਰਕਸ ਦਾ ਹੁੰਦਾ ਜੀ। ਸੋ ਬੀਐਡ ਫਸਟ ਸਮੈਸਟਰ ਬੀਐਡ ਜਰਨਲ ਜੋ ਕਰ ਰਹੇ ਆ ਫਸਟ ਸਮੈਸਟਰ ਦੇ ਵਿੱਚ ਜੋ ਸਟੂਡੈਂਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੋ ਬੀਐਡ ਕਰ ਰਹੇ ਆ ਉਹਨਾਂ ਬੱਚਿਆਂ ਦਾ ਜੀ ਇਹ ਸਿਲੇਬਸ ਜੋ ਜਰਨਲ 2 ਈਅਰ ਕੋਰਸ ਕਰ ਰਹੇ ਆ। ਸੋ ਆਪਾਂ ਸਿਲੇਬਸ ਦੀ ਗੱਲ ਕਰਾਂਗੇ ਕਿ ਕੀ ਕੁਝ ਹੈ ਜੀ ਤੁਹਾਡੇ ਸਿਲੇਬਸ ਦੇ ਵਿੱਚ ਪੈਂਡਾਗੋਜੀ ਆਫ ਪਬਲਿਕ ਐਡਮਿਨਿਸਟ੍ਰੇਸ਼ਨ। ਫਸਟ ਹੈ ਜੀ ਯੂਨਿਟ 1 ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਜੀ ਯੂਨਿਟ 1 ਇੰਟਰੋਡਕਸ਼ਨ ਹੈ ਜੀ। ਇਹਦੇ ਵਿੱਚ ਤੁਹਾਨੂੰ ਪਤਾ ਹੀ ਜੀ ਹਰ ਇੱਕ ਯੂਨਿਟ ਦੇ ਵਿੱਚ 3 ਪਾਰਟ ਹੈ ਜੀ। ਕੋਈ ਤੁਸੀਂ ਇੱਕ ਸ਼ਾਰਟ ਦੇ ਲਈ ਕਰ ਲਓ ਤੇ 2 ਲੌਂਗ ਦੇ ਲਈ ਕਰ ਲਓ, ਠੀਕ ਹੈ। ਇਹ ਪਾਰਟ ਹੈ ਜੀ ਯੂਨਿਟ 1 ਦੇ ਵਿੱਚ। ਇਹਦੇ ਵਿੱਚ ਤੁਸੀਂ ਪੜ੍ਹਨਾ ਜੀ ਇਹ ਪਾਰਟ ਦੇ ਵਿੱਚ ਮੀਨਿੰਗ ਨੇਚਰ ਸਕੋਪ ਐਂਡ ਇੰਪੋਰਟੈਂਸ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਇਨ ਮਾਡਰਨ ਕੰਟੈਕਸਟ। ਸੋ ਤੁਸੀਂ ਮੀਨਿੰਗ ਪੜ੍ਹਨਾ ਹੋਵੇਗਾ ਜੀ, ਠੀਕ ਹੈ। ਨੇਚਰ ਪੜ੍ਹੋਗੇ, ਸਕੋਪ ਪੜ੍ਹੋਗੇ ਤੇ ਇੰਪੋਰਟੈਂਸ ਪੜ੍ਹੋਗੇ ਜੀ ਪਬਲਿਕ ਐਡਮਿਨਿਸਟ੍ਰੇਸ਼ਨ ਦੀ, ਠੀਕ ਹੈ ਜੀ। ਇਹ ਪਾਰਟ ਦੇ ਵਿੱਚ ਇਨ ਮਾਡਰਨ ਕੰਟੈਕਸਟ ਦੇ ਵਿੱਚ ਤੁਸੀਂ ਪੜ੍ਹੋਗੇ ਇਹਨੂੰ, ਠੀਕ ਹੈ। ਸੋ ਬੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਰਿਲੇਸ਼ਨ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਦ ਅਦਰ ਸੋਸ਼ਲ ਸਾਇੰਸ। ਸੋ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਕੀ ਸੰਬੰਧ ਹੈ ਜੀ ਅਦਰ ਸੋਸ਼ਲ ਸਾਇੰਸ ਦੇ ਵਿੱਚ ਨਾਲ, ਸੋਸ਼ਲ ਸਾਇੰਸ ਦੇ ਨਾਲ, ਜਿਵੇਂ ਪੋਲੀਟੀਕਲ ਸਾਇੰਸ ਦੇ ਨਾਲ ਕੀ ਸੰਬੰਧ ਹੈ ਜੀ ਪਬਲਿਕ ਐਡਮਿਨਿਸਟ੍ਰੇਸ਼ਨ ਦਾ, ਹਿਸਟਰੀ ਦੇ ਨਾਲ ਕੀ ਸੰਬੰਧਿਤ ਹੈ ਜੀ, ਸਾਈਕੋਲੋਜੀ ਦੇ ਨਾਲ ਕੀ ਸੰਬੰਧ ਹੈ ਜੀ, ਸੋਸ਼ੀਓਲੋਜੀ ਦੇ ਨਾਲ ਕੀ ਸੰਬੰਧ ਹੈ ਜੀ, ਜੀਓਗ੍ਰਾਫੀ ਦੇ ਨਾਲ ਕੀ ਸੰਬੰਧ ਹੈ ਜੀ, ਲਾ ਦੇ ਨਾਲ ਕੀ ਸੰਬੰਧ ਹੈ ਜੀ ਤੇ ਇਕਨੋਮਿਕਸ ਦੇ ਨਾਲ ਕੀ ਸੰਬੰਧ ਹੈ ਜੀ। ਤੁਸੀਂ ਇਹ ਜਿਹੜਾ ਰਿਲੇਸ਼ਨ ਹੈ ਜੀ ਇਹ ਤੁਸੀਂ ਜਿਹੜਾ ਪੜ੍ਹਨਾ ਹੋਵੇਗਾ ਜੀ ਸੋਸ਼ਲ ਪਬਲਿਕ ਐਡਮਿਨਿਸਟ੍ਰੇਸ਼ਨ ਦਾ, ਠੀਕ ਹੈ। ਇਹ ਤੁਸੀਂ ਸਾਰਾ ਕੁਝ ਪੜ੍ਹੋਗੇ ਜੀ। ਸੀ ਦੇ ਵਿੱਚ ਤੁਸੀਂ ਪੜ੍ਹਨਾ ਜੀ ਇੰਪੋਰਟੈਂਸ ਆਫ ਟੀਚਿੰਗ ਆਫ ਪਬਲਿਕ ਐਡਮਿਨਿਸਟ੍ਰੇਸ਼ਨ। ਪਬਲਿਕ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਹੈ ਇੰਪੋਰਟੈਂਸ ਕੀ ਹੈ, ਠੀਕ ਹੈ, ਮਹੱਤਤਾ ਕੀ ਹੈ ਜੀ ਟੀਚਿੰਗ ਦੀ, ਠੀਕ ਹੈ। ਇਹ ਤੁਸੀਂ ਪੜ੍ਹੋਗੇ। ਇਹਦੇ ਵਿੱਚ ਏਮਸ ਐਂਡ ਆਬਜੈਕਟਿਵ ਪੜ੍ਹੋਗੇ ਵਿਦ ਸਪੈਸ਼ਲ ਰੈਫਰੈਂਸ ਟੂ ਬਲੂਮਜ਼ ਟੈਕਸੋਨੋਮੀ। ਏਮਸ ਪੜ੍ਹੋਗੇ ਤੇ ਆਬਜੈਕਟਿਵ ਪੜ੍ਹੋਗੇ, ਠੀਕ ਹੈ ਜੀ, ਵਿਦ ਸਪੈਸ਼ਲ ਰੈਫਰੈਂਸ ਜਿਹੜਾ ਪੜ੍ਹੋਗੇ ਟੂ ਬਲੂਮਜ਼ ਟੈਕਸੋਨੋਮੀ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ। ਇਹ ਯੂਨਿਟ 1 ਦੇ ਵਿੱਚ 3 ਪਾਰਟ ਸੀ, ਇੱਕ ਸ਼ਾਰਟ ਦੇ ਲਈ ਕਰ ਲਓ, 2 ਲੌਂਗ ਦੇ ਲਈ ਕਰ ਲਓ। ਅੱਗੇ ਆ ਜਾਓ ਜੀ ਤੁਹਾਡਾ ਯੂਨਿਟ 2 ਦੇ ਵਿੱਚ ਕੀ ਕੁਛ ਤੁਸੀਂ ਪੜ੍ਹਨਾ ਜੀ ਅਪਰੋਚਸ ਨੇ ਤੇ ਮੈਥਡਸ ਨੇ ਇਹਦੇ ਵਿੱਚ। ਇਹ ਪਾਰਟ ਦੇ ਵਿੱਚ ਹੈਗਾ ਜੀ ਡਿਫਰੈਂਸ ਬਿਟਵੀਨ ਅਪਰੋਚਸ, ਸਟ੍ਰੈਟੇਜਿਕਸ ਐਂਡ ਮੈਥਡਸ ਐਂਡ ਟਾਈਪਸ ਆਫ ਅਪਰੋਚ, ਇੰਡਕਟਿਵ ਤੇ ਡਿਡਕਟਿਵ। ਸੋ ਇਹ ਵਾਲੀਆਂ ਤੁਸੀਂ ਅਪਰੋਚਸ ਪੜ੍ਹਨੀਆਂ ਜੀ, ਠੀਕ ਹੈ, ਇੰਡਕਟਿਵ ਤੇ ਡਿਡਕਟਿਵ, ਠੀਕ ਹੈ। ਡਿਫਰੈਂਸ ਤੁਸੀਂ ਪੜ੍ਹਨਾ ਜੀ ਬਿਟਵੀਨ ਅਪਰੋਚਸ, ਸਟ੍ਰੈਟੇਜਿਕਸ ਐਂਡ ਮੈਥਡਸ ਦੇ ਵਿੱਚ ਕੀ ਡਿਫਰੈਂਸ ਹੈ ਇਹਨਾਂ ਦੇ ਬਾਰੇ ਦੇ ਵਿੱਚ ਪੜ੍ਹੋਗੇ ਤੇ ਟਾਈਪਸ ਆਫ ਅਪਰੋਚ ਪੜ੍ਹੋਗੇ ਤੁਸੀਂ। ਬੀ ਦੇ ਵਿੱਚ ਹੈਗੇ ਆ ਜੀ ਤੁਹਾਡੇ ਟੌਪਿਕ ਮੈਥਡਸ ਆਫ ਟੀਚਿੰਗ ਦੇ ਵਿੱਚ ਹੈਗੇ ਆ ਜੀ ਤੁਹਾਡੇ ਲੈਕਚਰ ਮੈਥਡ ਪੜ੍ਹੋਗੇ ਤੁਸੀਂ, ਸੋਰਸ ਮੈਥਡ ਪੜ੍ਹੋਗੇ, ਡਿਸਕਸ਼ਨ ਮੈਥਡ ਪੜ੍ਹੋਗੇ, ਪ੍ਰੋਬਲਮ ਸੋਲਵਿੰਗ ਮੈਥਡ ਪੜ੍ਹੋਗੇ, ਪ੍ਰੋਜੈਕਟ ਮੈਥਡ ਤੁਸੀਂ ਪੜ੍ਹਨਾ ਹੈ ਤੇ ਐਂਡ ਸਰਵੇ ਮੈਥਡ ਪੜ੍ਹਨਾ ਹੈ, ਠੀਕ ਹੈ ਜੀ। ਤੁਸੀਂ ਮੈਥਡਸ ਆਫ ਟੀਚਿੰਗ ਕਿਹੜੇ ਕਿਹੜੇ ਬਣਦੇ ਆ ਜੀ, ਕਿਹੜੇ ਕਿਹੜੇ ਪੜ੍ਹਨੇ ਆ ਤੁਸੀਂ। ਲੈਕਚਰ ਮੈਥਡ ਪੜ੍ਹਨਾ ਹੈ, ਠੀਕ ਹੈ ਜੀ। ਸੋਰਸ ਮੈਥਡ ਇਹ ਮੈਂ ਕਰਵਾਈ ਵੀ ਹੋਇਆ ਸੋਸ਼ਲ ਸਟੱਡੀਜ਼ ਦੇ ਵਿੱਚ ਹੈਗਾ ਜੀ ਇਹ ਵਾਲੇ ਨੋਟਸ। ਲੈਕਚਰ ਮੈਥਡ ਵੀ ਹੈਗਾ, ਸੋਰਸ ਵੀ ਮੈਥਡ ਵੀ ਮੈਂ ਕਰਵਾਇਆ ਹੋਇਆ, ਡਿਸਕਸ਼ਨ ਮੈਥਡ ਵੀ ਕਰਵਾਇਆ ਹੋਇਆ, ਪ੍ਰੋਬਲਮ ਸੋਲਵਿੰਗ ਮੈਥਡ ਵੀ ਕਰਵਾਇਆ ਹੋਇਆ, ਪ੍ਰੋਜੈਕਟ ਮੈਥਡ ਵੀ ਕਰਵਾਇਆ ਤੇ ਸਰਵੇ ਇਹ ਨਹੀਂ ਕਰਵਾਇਆ ਜੀ ਸਰਵੇ ਮੈਥਡ, ਪ੍ਰੋਜੈਕਟ ਮੈਥਡ ਵੀ ਹੈਗਾ, ਠੀਕ ਹੈ। ਕੁਝ ਤੁਹਾਨੂੰ ਟੌਪਿਕ ਸੋਸ਼ਲ ਸਟੱਡੀਜ਼ ਦੇ ਵਿੱਚੋਂ ਮਿਲ ਜਾਣਗੇ। ਸੀ ਦੇ ਵਿੱਚ ਆ ਗਿਆ ਜੀ ਟੈਕਨੀਕਸ ਐਂਡ ਡਿਵਾਈਸਸ ਆਫ ਟੀਚਿੰਗ। ਤੇ ਟੈਕਨੀਕਸ ਕੀ ਨੇ ਤੇ ਡਿਵਾਈਸਸ ਕੀ ਨੇ ਟੀਚਿੰਗ ਦੀਆਂ। ਅਸਾਈਨਮੈਂਟਸ, ਠੀਕ ਹੈ, ਪੜ੍ਹਨਾ ਤੁਸੀਂ ਅਸਾਈਨਮੈਂਟਸ ਦੇ ਬਾਰੇ ਦੇ ਵਿੱਚ, ਸੈਮੀਨਾਰਸ ਦੇ ਬਾਰੇ ਦੇ ਵਿੱਚ ਪੜ੍ਹੋਗੇ, ਠੀਕ ਹੈ, ਡਰਾਮਾਟਾਈਜੇਸ਼ਨ ਬਾਰੇ ਦੇ ਵਿੱਚ ਪੜ੍ਹੋਗੇ, ਠੀਕ ਹੈ, ਇਲਸਟ੍ਰੇਸ਼ਨ ਦੇ ਬਾਰੇ ਦੇ ਵਿੱਚ ਪੜ੍ਹੋਗੇ, ਕੁਐਸਚਨਿੰਗ ਦੇ ਬਾਰੇ ਦੇ ਵਿੱਚ ਪੜ੍ਹੋਗੇ, ਬ੍ਰੇਨ ਸਟੋਰਮਿੰਗ ਦੇ ਬਾਰੇ ਦੇ ਵਿੱਚ ਪੜ੍ਹੋਗੇ, ਕੁਇਜ਼ ਦੇ ਬਾਰੇ ਦੇ ਵਿੱਚ ਪੜ੍ਹੋਗੇ। ਸੋ ਇਹ ਸੀ ਦੇ ਵਿੱਚ ਜੀ ਤੁਹਾਡੇ ਟੌਪਿਕ ਨੇ ਇਹਨਾਂ ਸਭ ਦੇ ਬਾਰੇ ਦੇ ਵਿੱਚ ਜਿਹੜਾ ਤੁਸੀਂ ਪੜ੍ਹੋਗੇ ਜੀ। ਜਿਹੜਾ ਵੀ ਤੁਹਾਨੂੰ ਔਖਾ ਲੱਗਦਾ ਉਹਨੂੰ ਸ਼ਾਰਟ ਦੇ ਲਈ ਕਰ ਲਓ, ਦੂਜੇ ਲੌਂਗ ਦੇ ਲਈ ਕਰ ਲਓ। ਅੱਗੋਂ ਆ ਜਾਓ ਜੀ ਯੂਨਿਟ 3 ਹੈ ਜੀ। ਯੂਨਿਟ 3 ਦੇ ਵਿੱਚ ਹੈਗੇ ਤੁਹਾਡੀ ਲੈਸਨ ਪਲੈਨਿੰਗ। ਇਹਦੇ ਵਿੱਚ ਇਹ ਪਾਰਟ ਹੈਗਾ ਜੀ ਐਮਰਜਿੰਗ ਏਰੀਆਜ਼ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਬਾਰੇ ਦੇ ਵਿੱਚ ਪੜ੍ਹੋਗੇ, ਠੀਕ ਹੈ।
एमरजिंग एरियाज किहड़े ने उनके बारे दे विच पढ़ोगे पब्लिक एडमिनिस्ट्रेशन दे। न्यू पब्लिक एडमिनिस्ट्रेशन पढ़ोगे, न्यू पब्लिक मैनेजमेंट के बारे दे विच पढ़ोगे, एजुकेशनल एडमिनिस्ट्रेशन के बारे दे विच पढ़ोगे, लोकल गौरमेंट के बारे दे विच पढ़ोगे, रूरल एंड अर्बन। ठीक है, लोकल गौरमेंट दे विच दोनों के बारे दे विच पढ़ोगे, रूरल भी ते अर्बन भी। ठीक है, बी दे विच तुसीं पढ़ना जी लैसन ते यूनिट प्लान। इहदे विच तुसीं इंदियां पढ़नियां जी नीड, ठीक है, इंपॉर्टेंस ते स्टैप्स ऑफ डिवेलपिंग। ठीक है, बी पार्ट दे विच लैसन ते यूनिट प्लान दियां नीड पढ़ोगे, इंपॉर्टेंस पढ़ोगे एंड स्टैप्स ऑफ डिवेलपिंग पढ़ोगे। ठीक है, सी दे विच तुसीं पढ़ोगे जी माइक्रो टीचिंग। माइक्रो टीचिंग दे विच पढ़ोगे तुसीं कंसैप्ट्स एंड स्किल्स दे बारे दे विच पढ़ोगे। माइक्रो टीचिंग दे कंसैप्ट्स एंड स्किल्स दे बारे दे विच पढ़ोगे। राइटिंग है इंस्ट्रक्शनल ऑब्जैक्टिव्स दे बारे दे विच पढ़ोगे। इंट्रोडक्शन दे बारे दे विच पढ़ोगे। एक्सप्लेनेशन दे बारे दे विच पढ़ोगे। क्वेश्चनिंग दे बारे दे विच पढ़ोगे। सिटमोल वेरिएशन दे बारे दे विच पढ़ोगे। प्रॉबिंग क्वेश्चनिंग दे बारे दे विच पढ़ोगे। ठीक है, स्किल ऑफ रेनफोर्समेंट दे विच बारे दे विच पढ़ोगे। इलस्ट्रेटिंग विद एग्जाम्पल्स दे बारे दे विच पढ़ोगे। यूजिंग चाक बोर्ड दे बारे दे विच पढ़ोगे। सो ये भी कुछ मैं टॉपिक जिहड़े माइक्रो टीचिंग दे मैनूं लगदा टैकनीक्स ऑफ टीचिंग दे विच आपां करवाए होए ने, उत्थों देख लिओ। ठीक है, उत्थों तुहाडा कवर हो जाना है। ये सीगा जी तुहाडा यूनिट 3 लैसन प्लैनिंग। ये आपां सिलेबस कर लिया जी पब्लिक एडमिनिस्ट्रेशन दा। अगे आ जाओ जी तुहाडा यूनिट 4 है जी। यूनिट 4 दे विच हैगे जी तुहाडे टॉपिक कंटेंट एंड ICT। ठीक है, ਇਹਦੇ 'ਚ ਤੁਹਾਡਾ ਇਹ ਪਾर्ट है जी प्रिंसीपल्स ऑफ पब्लिक एडमिनिस्ट्रेशन पढ़ोगे तुसी। प्रिंसीपल्स पढ़ोगे पब्लिक एडमिनिस्ट्रेशन दे। ਇਹਦੇ ਵਿੱਚ प्लैनिंग पढ़ोगे। ठीक है, प्लैनिंग बारे पढ़ोगे। कोआर्डीनेशन दे बारे दे विच पढ़ोगे। कम्युनिकेशन दे बारे दे विच पढ़ोगे। सैंट्रलाइजेशन दे बारे दे विच पढ़ोगे। डिसैंट्रलाइजेशन ऑफ एडमिनिस्ट्रेशन दे बारे दे विच तुसी पढ़ोगे। सो प्रिंसीपल्स ऑफ पब्लिक एडमिनिस्ट्रेशन दे बारे दे विच पढ़ोगे। प्लैनिंग दे बारे दे विच पढ़ोगे। कोआर्डीनेशन दे बारे दे विच, कम्युनिकेशन दे बारे दे विच। ठीक है, सैंट्रलाइजेशन दे बारे दे विच, डिसैंट्रलाइजेशन ऑफ एडमिनिस्ट्रेशन दे बारे दे विच तुसी पढ़ोगे जी। बी दे विच तुसी पढ़ना जी लोकल गौरमेंट दे बारे दे विच पढ़ना जी। इहदे विच मेन प्रोविजनस होईयां सीगियां। मेन प्रोविजनस ऑफ 73rd एंड 74th कॉन्स्टिट्यूशनल अमेंडमेंट एक्ट होए सीगे। ਇਹ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਲਈ ਸੀਗਾ ਤੇ ਇੱਕ ਸ਼ਹਿਰਾਂ ਦੇ ਲਈ ਸੀਗਾ, ਜਿੱਥੋਂ ਤੱਕ ਮੈਨੂੰ ਪਤਾ। ਸੋ ਲੋਕਲ ਗਵਰਨਮੈਂਟ ਹੈ ਜੀ ਮੇਨ ਪ੍ਰੋਵੀਜ਼ਨਸ ਆਫ 73rd ਐਂਡ 74th ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ। ਇਹ ਪੜ੍ਹੋਗੇ ਇਹਨਾਂ ਦੇ ਬਾਰੇ ਦੇ ਵਿੱਚ। ਸੀ ਦੇ ਵਿੱਚ ਹੈ ਜੀ ਰੋਲ ਆਫ ICT ਇਨ ਪਬਲਿਕ ਐਡਮਿਨਿਸਟ੍ਰੇਸ਼ਨ। ਸੋ ICT ਦਾ ਕੀ ਰੋਲ ਹੈ ਜੀ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ, ਇਹਦੇ ਬਾਰੇ ਦੇ ਵਿੱਚ ਜਿਹੜਾ ਤੁਸੀਂ ਪੜ੍ਹਨਾ ਹੋਵੇਗਾ। ਸੋ ਯੂਨਿਟ 4 ਸੀਗਾ ਜੀ, ਇਹ ਤੁਹਾਡੇ ਟੌਪਿਕ ਸੀਗੇ ਜੀ ਸਾਰੇ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਤੁਹਾਡਾ ਸਿਲੇਬਸ ਸੀਗਾ ਜੀ, ਜੋ ਐਗਜ਼ਾਮ ਤੁਹਾਡੇ 16 ਜਨਵਰੀ ਤੋਂ ਸਟਾਰਟ ਹੋਣ ਜਾ ਰਹੇ ਨੇ। ਕੁਐਸਚਨ ਪੇਪਰ ਤੁਹਾਨੂੰ ਮਿਲ ਜੂਗਾ ਜੀ, ਤੇ ਪਲੇਲਿਸਟ ਬਣੀ ਹੋਈ ਹੈ ਆਪਣੀ, ਉਹਦੇ ਵਿੱਚੋਂ ਤੁਹਾਨੂੰ ਮਿਲ ਜਾਣਗੇ। ਸੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫॉर ਵਾਚਿੰਗ।